ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਾਂ ਸਤ ਸੰਗਤ ਦੇ ਮਹਾਨ। ਤੀਰਥ ਤੇ ਪਹੁੰਚੇ ਹਾਂ, ਆਪਣੀਆਂ ਸੁਰਤੀਆਂ ਨੂੰ ਇਕਾਗਰ ਰੱਖਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਧ ਸੰਗਤ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਸੋ ਸ਼ੁਰੂ ਦੇ ਵਿੱਚ ਇੱਕ ਨੁਕਤੇ 'ਤੇ ਆਪਾਂ ਗੱਲ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸੀਂ ਗੁਰੂ ਦੇ ਦਰ 'ਤੇ ਜਦੋਂ ਆਉਂਦੇ ਹਾਂ ਤਾਂ ਆ ਕੇ ਗੁਰੂ ਦਾ ਦਰਸ਼ਨ ਕਰਨਾ ਹੈ। ਗੁਰੂ ਦਾ ਦਰਸ਼ਨ ਕਿਸ ਤਰ੍ਹਾਂ ਹੁੰਦਾ ਹੈ? ਜਦੋਂ ਧਿਆਨ ਲਾ ਕੇ ਆਪਾਂ ਗੁਰਬਾਣੀ ਦੀ ਵਿਚਾਰ ਨੂੰ ਸੁਣਦੇ ਹਾਂ, ਕਿਉਂਕਿ ਗੁਰੂ ਵੇਖਣ ਦਾ ਵਿਸ਼ਾ ਨਹੀਂ, ਗੁਰੂ ਸੁਣਨ ਦਾ ਵਿਸ਼ਾ। ਸਿਰਫ ਅੱਖਾਂ ਦੇ ਨਾਲ ਵੇਖ ਲੈਣਾ ਹੀ ਗੁਰੂ ਦਾ ਦਰਸ਼ਨ ਨਹੀਂ ਹੁੰਦਾ, ਧਿਆਨ ਲਾ ਕੇ ਸੁਣਨਾ ਹੀ ਗੁਰੂ ਦਾ ਦਰਸ਼ਨ ਹੈ। ਗੁਰਬਾਣੀ ਪ੍ਰਮਾਣ ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰਹਿ ਵਿਚਾਰ। ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿੰਨਾ ਵੀ ਸੰਸਾਰ ਹੈ, ਜਿੰਨੀ ਵੀ ਦੁਨੀਆ ਹੈ, ਇਹਨਾਂ ਬਾਹਰਲੀਆਂ ਅੱਖਾਂ ਦੇ ਨਾਲ ਤਾਂ ਸਭ ਕੋਈ ਵੇਖ ਲੈਂਦਾ ਹੈ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ। ਸਿਰਫ ਅੱਖਾਂ ਦੇ ਨਾਲ ਵੇਖ ਲੈਣ ਦੇ ਨਾਲ ਮੁਕਤੀ ਨਹੀਂ ਮਿਲ ਜਾਂਦੀ, ਕਿਉਂਕਿ ਅੱਖਾਂ ਤਾਂ ਸਿਰਫ ਮੂੰਹ ਮੱਥਾ ਹੀ ਵੇਖ ਸਕਦੀਆਂ। ਇਹਨਾਂ ਸਥੂਲ ਅੱਖਾਂ ਦੇ ਨਾਲ ਵੇਖ ਕੇ ਮੁਕਤੀ ਨਹੀਂ ਹੋ ਜਾਂਦੀ। ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰਹਿ ਵਿਚਾਰ। ਜਿਚਰ ਦਾ ਭਾਵ ਹੈ ਜਿੰਨੀ ਦੇਰ ਅਸੀਂ ਗੁਰੂ ਜੀ ਦੇ ਸ਼ਬਦ ਦੀ, ਗੁਰੂ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰਦੇ, ਓਨੀ ਦੇਰ ਸਾਨੂੰ ਗੁਰੂ ਦਾ ਦਰਸ਼ਨ ਨਹੀਂ ਹੋਇਆ। ਕਿਤੇ ਗੁਰਬਾਣੀ ਦੇ ਵਿੱਚ ਫਰਮਾਨ ਹੈ, ਤਿੰਨ ਨੇਹੋਂ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਉਹਨਾਂ ਦਾ ਪ੍ਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਹੈ ਜਿਹੜੇ ਵਿਚਾਰ ਦੁਆਰਾ ਗੁਰੂ ਦਾ ਦਰਸ਼ਨ ਕਰਦੇ ਹੈ। ਦੇਖਣੇ ਵਿਚਾਰ ਦੇ ਰਾਜ ਨੂੰ ਹੁਸ਼ਿਆਰੀ ਹੈ, ਭਾਵ ਵਿਚਾਰ ਦੁਆਰਾ ਦਰਸ਼ਨ ਕਰਨਾ ਹੈ। ਦੇਖਣੇ ਵਿਚਾਰ, ਕਿਉਂਕਿ ਦੱਸਣਾ ਪੈਂਦਾ ਹੈ ਔਂਕੜ ਅਤੇ ਹੁਸ਼ਿਆਰੀ ਇਹਦੇ ਬੜੇ ਗਹਿਰੇ ਭੇਦ ਹੁੰਦੇ ਹੈ। ਸੋ ਹੁਸ਼ਿਆਰੀ ਦੇ ਵਿੱਚੋਂ ਕਾਰਕ ਦਾ ਅਰਥ ਨਿਕਲਿਆ ਆ ਵਿਚਾਰ ਦੁਆਰਾ। ਗੁਰੂ ਦਾ ਦਰਸ਼ਨ ਕਿਸ ਤਰ੍ਹਾਂ ਕਰਨਾ ਹੈ? ਵਿਚਾਰ ਦੁਆਰਾ। ਜਿਹੜੇ ਵਿਚਾਰ ਦੁਆਰਾ ਗੁਰੂ ਜੀ ਦਾ ਦਰਸ਼ਨ ਕਰਦੇ ਹੈ, ਉਹਨਾਂ ਦਾ ਪ੍ਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ। ਸੋ ਸਿੱਧ ਹੋਇਆ ਗੁਰਬਾਣੀ ਦੀ ਵਿਚਾਰ ਨੂੰ ਧਿਆਨ ਲਾ ਕੇ ਸੁਣਨਾ ਹੀ ਗੁਰੂ ਜੀ ਦਾ ਦਰਸ਼ਨ ਹੈ। ਸਿਰਫ ਅੱਖਾਂ ਦੇ ਨਾਲ ਵੇਖ ਲੈਣਾ ਗੁਰੂ ਦਾ ਦਰਸ਼ਨ ਨਹੀਂ। ਅੱਜ ਸਾਡੇ ਵਿੱਚ ਇਹ ਧਿਆਨ ਲਾ ਕੇ ਸੁਣਨਾ, ਸੁਣ ਕੇ ਦਰਸ਼ਨ ਕਰਨਾ, ਇਹ ਤਾਂ ਵਿਰਲੇ ਵਿਰਲੇ ਹੀ ਕਰਦੇ ਹੈ। ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਜਿਨ੍ਹਾਂ ਨੇ ਧਿਆਨ ਲਾ ਕੇ ਗੁਰੂ ਨੂੰ ਸੁਣ ਲਿਆ, ਉਹਨਾਂ ਨੇ ਗੁਰੂ ਦਾ ਦਰਸ਼ਨ ਕਰ ਲਿਆ। ਸੁਣਿਆ ਵੇਖਿਆ ਦਾ ਵੀ ਇਹੀ ਅਰਥ ਹੈ, ਸੁਣ ਕੇ ਦਰਸ਼ਨ ਕਰਨਾ। ਗੁਰ ਨਾਨਕ ਜਿਨ ਸੁਣਿਆ ਵੇਖਿਆ, ਸੇ ਫਿਰ ਗਰਭਾਸ ਨਾ ਭਰਿਆਰੇ। ਚਲੋ ਇੰਨੇ ਪ੍ਰਮਾਣ ਕਾਫੀ ਹੈ। ਸੋ ਸੁਣ ਕੇ ਹੀ ਅਸੀਂ ਗੁਰੂ ਜੀ ਦਾ ਦਰਸ਼ਨ ਕਰਨਾ ਹੈ। ਫੋਟੋ ਵੇਖ ਕੇ ਗੁਰੂ ਦਾ ਦਰਸ਼ਨ ਨਹੀਂ ਹੋ ਜਾਂਦਾ। ਅੱਜ ਅਸੀਂ ਮੂਰਤੀ ਪੂਜਾ ਦੇ ਵਿੱਚ ਪੈ ਗਏ। ਪਹਿਲੀ ਗੱਲ ਤਾਂ ਹਰ ਇੱਕ ਫੋਟੋ ਨਕਲੀ ਹੈ, ਅਸਲੀ ਫੋਟੋ ਕੋਈ ਨਹੀਂ। ਚਲੋ ਜੀ ਇਸ ਵਿਵਾਦ ਦੇ ਵਿੱਚ ਆਪਾਂ ਨਾ ਵੀ ਪਈਏ ਅਸਲੀ ਨਕਲੀ ਫੋਟੋ ਵਾਲੇ, ਕਿ ਫੋਟੋ ਨੂੰ ਵੇਖ ਕੇ ਤਾਂ ਕੀ ਮਿਲਣਾ, ਸਰੀਰ ਨੂੰ ਵੇਖ ਕੇ ਵੀ ਕੁਝ ਨਹੀਂ ਮਿਲਦਾ, ਕਿਉਂਕਿ ਫੋਟੋ ਤੋਂ ਕੋਈ ਗਿਆਨ ਨਹੀਂ ਪ੍ਰਾਪਤ ਹੁੰਦਾ। ਗੁਰੂ ਨਾਨਕ ਸਾਹਿਬ ਦੀ ਫੋਟੋ ਨੇ ਕਦੇ ਵੀ ਤੁਹਾਨੂੰ ਇਹ ਨਹੀਂ ਕਹਿਣਾ ਵੀ ਸਿੱਖਾ ਸ਼ਰਾਬ ਨਾ ਪੀਆ ਕਰ। ਮੇਰਾ ਖਿਆਲ ਬਹੁਤੇ ਫੋਟੋ ਨੂੰ ਤਾਂ ਕਰਕੇ ਪੂਜਦੇ ਆ ਕਿ ਫੋਟੋ ਕੁਝ ਕਹਿੰਦੀ ਨਹੀਂ, ਕਿਉਂਕਿ ਫੋਟੋ ਤੋਂ ਸਾਨੂੰ ਤਕਲੀਫ ਕੋਈ ਨਹੀਂ।
ਕਿੰਨੀਆਂ ਵੀ ਅਸੀਂ ਫੋਟੋਆਂ ਟੰਗ ਲਈਏ, ਕੰਧਾਂ ਫੋਟੋਆਂ ਦਾ ਭਾਰ ਝੱਲ ਜਾਂਦੀਆਂ, ਪਰ ਜਦੋਂ ਗੁਰਬਾਣੀ ਦੇ ਵਿੱਚੋਂ ਗੁਰੂ ਦਾ ਦਰਸ਼ਨ ਕਰਵਾਈਦਾ ਉਦੋਂ ਫਿਰ ਕਈ ਵਾਰ ਸਾਡੀਆਂ ਲੱਤਾਂ ਭਾਰ ਨਹੀਂ ਝੱਲਦੀਆਂ। ਸੋ ਆਪਾਂ ਸਮਝ ਰਹੇ ਸੀ ਫੋਟੋ ਨੂੰ ਵੇਖ ਕੇ ਕੋਈ ਗਿਆਨ ਪ੍ਰਾਪਤ ਨਹੀਂ ਹੁੰਦਾ। ਜਦੋਂ ਗੁਰਬਾਣੀ ਸੁਣਾਂਗੇ ਇੱਕੋ ਪੰਕਤੀ ਰਾਹੀਂ ਗੁਰੂ ਬਾਬਾ ਜੀ ਗਿਆਨ ਦੇ ਦਿੰਦੇ ਐ, ਇਤਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਹੈ ਵਿਕਾਰ। ਇਹ ਸ਼ਰਾਬ ਪੀਣ ਦੇ ਨਾਲ ਗੁਰੂ ਜੀ ਕਹਿੰਦੇ ਬੜੇ ਵਿਕਾਰ ਖੱਟ ਲਈਦੇ ਐ। ਸਾਇੰਸ ਅੱਜ ਸਿੱਧ ਕਰਦੀ ਹੈ ਵੀ ਜਿਹੜੀ ਅਲਕੋਹਲ ਹੈ ਇਹ ਦਿਮਾਗ ਦੇ ਸੈੱਲ ਡਾਊਨ ਕਰ ਦਿੰਦੀ ਹੈ, ਦੂਰ ਅੰਦੇਸ਼ੀ ਖਤਮ ਹੋ ਜਾਂਦੀ ਹੈ। ਨਸ਼ਈ ਹਾਲਤ ਵਿੱਚ ਫਿਰ ਹੋਰ ਵੀ ਵਿਕਾਰ ਕਰ ਲਈਦੀ ਹੈ, ਲੜਾਈ ਝਗੜਾ ਕਤਲ ਬਲਾਤਕਾਰ ਜੂਏਬਾਜੀ। ਪਰ ਗੁਰੂ ਬਾਬਾ ਜੀ ਨੇ ਕਿੰਨਾ ਸਮਾਂ ਪਹਿਲਾਂ ਹੀ ਦੱਸ ਦਿੱਤਾ ਕਿ ਵਿਕਾਰਾਂ ਦੀ ਮਾਂ ਹੈ। ਭਾਵ ਕਿ ਇੱਕੋ ਪੰਕਤੀ ਤੋਂ ਕਿੰਨਾ ਗਿਆਨ ਮਿਲ ਗਿਆ ਕਿ ਸਾਡਾ ਨਸ਼ਿਆਂ ਤੋਂ ਖਹਿੜਾ ਛੁੱਟ ਜਾਂਦਾ ਹੈ। ਇੱਕੋ ਪੰਕਤੀ ਤੋਂ ਕਿੱਡਾ ਗਿਆਨ ਮਿਲ ਜਾਂਦਾ, ਸਰਬੰਗ ਸਾਚਾ ਏਕ ਹੈ ਦੂਜਾ ਨਾਹੀਂ ਕੋਈ। ਗੁਰੂ ਨਾਨਕ ਬਾਬਾ ਜੀ ਦਾ ਇੱਕ ਵਚਨ ਸਾਰੇ ਦੇਵੀ ਦੇਵਤੇ ਬਾਬੇ ਪੀਰਾਂ ਦਾ ਭੋਗ ਪਾ ਗਿਆ, ਸਾਡੇ ਸਾਰੇ ਵਹਿਮ ਭਰਮ ਦੂਰ ਕਰ ਗਿਆ। ਗੁਰੂ ਦਾ ਇੱਕੋ ਹੀ ਵਚਨ, ਇੱਕੋ ਹੀ ਸੱਚਾ ਪ੍ਰਮਾਤਮਾ ਸਾਰੇ, ਦੂਜੀ ਇੱਥੇ ਸ਼ਕਤੀ ਕੋਈ ਨਹੀਂ। ਸਰਬੰਗ ਸਾਚਾ ਏਕ ਹੈ ਦੂਜਾ ਨਾਹੀਂ ਕੋਈ। ਦੇਖੋ ਕੈਸਾ ਦਰਸ਼ਨ ਹੈ ਗੁਰੂ ਦਾ। ਗੁਰੂ ਦੇ ਇੱਕ ਵਚਨ ਨੇ ਸਾਰੇ ਵਹਿਮ ਭਰਮ ਖਤਮ ਕਰ ਦਿੱਤੇ। ਗੁਰੂ ਦੇ ਇੱਕ ਵਚਨ ਨੇ ਸਾਡਾ ਨਸ਼ਾ ਛੁਡਾ ਦਿੱਤਾ। ਆਪਾਂ ਇੱਕ ਵਚਨ ਦੀ ਗੱਲ ਕਰ ਰਹੇ ਹਾਂ, ਦਰਸ਼ਨ। ਗੁਰੂ ਦਾ ਇੱਕ ਵਚਨ ਹੋਰ ਪੜ੍ਹਾਂ, ਬੇਦਸ ਮਾਂ ਰੁੱਤੀ ਥਿੱਤੀ ਵਾਰ ਭਲੇ। ਇੱਕੋ ਪੰਕਤੀ ਪੜ੍ਹੀ ਆ ਨਾ, ਇੱਕੋ ਪੰਕਤੀ ਤੋਂ ਕਿੱਡਾ ਗਿਆਨ ਦੇਤਾ ਗੁਰੂ ਬਾਬਾ ਜੀ ਨੇ। ਤੁਖਾਰੀ ਮਹਿਲਾ ਪਹਿਲਾ ਦਾ ਪਾਠ ਹੈ। ਬੇਦਸ ਦਾ ਅਰਥ ਕੀ ਹੁੰਦਾ ਜੀ? 12। ਬੇ ਕਹਿੰਦੇ ਆ 2 ਨੂੰ, 10 ਆਪ ਜੀ ਸਮਝੀ ਗਏ। ਬੇਦਸ ਦਾ ਭਾਵ 2 ਤੇ 10 12। ਬੇਦਸ ਮਾਹ 12 ਮਹੀਨੇ, ਬੇਦਸ ਮਾਹ ਰੁੱਤੀ ਸਾਰੀਆਂ ਰੁੱਤਾਂ, ਥਿੱਤੀ ਸਾਰੀਆਂ ਥਿੱਤਾਂ, ਵਾਰ ਸਾਰੇ ਦਿਨ ਭਲੇ ਚੰਗੇ ਹੁੰਦੇ ਹੈ। ਦੇਖੋ ਗੁਰੂ ਬਾਬਾ ਜੀ ਦੇ ਇੱਕ ਵਚਨ ਨੇ ਸਾਰੇ ਦਿਨਾਂ ਦੇ ਭਰਮ ਖਤਮ ਕਰ ਦਿੱਤੇ। ਜਿਹੜੇ ਭਰਮ ਪਾਏ ਆ ਵੀ ਪੈਂਚਕਾਂ ਚੜ੍ਹ ਗਈਆਂ ਜੀ, ਉੱਤਰ ਗਈਆਂ ਜੀ, ਇਹ ਗੰਡ ਮੂਲ ਹੋ ਗਿਆ ਜੀ, ਇਹ ਮੰਗਲੀਕ ਹੋ ਗਿਆ ਜੀ, ਅੱਜ ਕੱਪੜੇ ਨਹੀਂ ਧੋਣੇ ਜੀ, ਅੱਜ ਕੇਸੀ ਨਹੀਂ ਨਹਾਉਣਾ ਜੀ, ਅੱਜ ਭੋਗ ਨਹੀਂ ਪਾਉਣਾ ਜੀ, ਅੱਜ ਲੋਹਾ ਨਹੀਂ ਖਰੀਦਣਾ ਜੀ। ਇਹ ਜਿਹੜਾ ਸਾਡਾ ਪਾਗਲਪਣ ਹੈ ਇੱਕੋ ਪੰਕਤੀ ਨੇ ਖਤਮ ਕਰਤਾ। ਗੱਲ ਚੱਲ ਰਹੀ ਹੈ ਵੀ ਗੁਰੂ ਦਾ ਦਰਸ਼ਨ ਕਿੱਡਾ ਅਮੋਲਕ ਹੈ। ਦੇਖੋ ਇੱਕੋ ਪੰਕਤੀ, ਬਹੁਤੇ ਸਿੱਖਾਂ ਨੇ ਹੁਣ ਇੱਕੋ ਪੰਕਤੀ ਨਹੀਂ ਸਮਝੀ ਅਜੇ ਤੱਕ, ਕਿਉਂਕਿ ਅੱਜ ਕੁਝ ਸਿੱਖ ਵੀ ਅੱਜ ਇਹਨਾਂ ਦਿਨਾਂ ਦੇ ਭਰਮਾਂ 'ਚ ਪਏ ਹੈ। ਕੋਈ ਵੀ ਦਿਨ ਮਾੜਾ ਨਹੀਂ, ਕੋਈ ਮਹੀਨਾ ਮਾੜਾ ਨਹੀਂ, ਕੋਈ ਸਾਲ ਮਾੜਾ ਨਹੀਂ। ਮਾੜੇ ਦਿਨਾਂ ਦੀ ਕਾਢ ਕਿਹਨੇ ਕੱਢੀ ਹੈ? ਲੁਟੇਰੇ ਪੁਜਾਰੀ ਨੇ। ਉਹਨੇ ਭਰਮ ਪਾ ਦਿੱਤਾ। ਉਹ ਕਹਿੰਦਾ ਕੋਈ ਵੀ ਕੰਮ ਕਰਨਾ ਹੋਵੇ ਤੁਸੀਂ ਪਹਿਲਾਂ ਮੇਰੇ ਕੋਲ ਆਓ, ਮੈਨੂੰ ਪੁੱਛਣਾ ਪਊਗਾ ਵੀ ਕਿਹੜਾ ਦਿਨ ਸ਼ੁੱਧ ਹੈ। ਇਸ ਕਰਕੇ ਉਹਨੇ ਇਹ ਭਰਮ ਪਾ ਦਿੱਤਾ। ਸੱਚ ਕੀ ਹੈ? ਨਾ ਕੋਈ ਸਾਲ ਮਾੜਾ ਹੈ, ਨਾ ਕੋਈ ਮਹੀਨਾ ਮਾੜਾ ਹੈ, ਨਾ ਕੋਈ ਦਿਨ ਮਾੜਾ ਹੈ, ਨਾ ਕੋਈ ਥਿੱਤ ਮਾੜੀ ਹੈ। ਗੱਲ ਚੱਲੀਏ ਗੁਰੂ ਦੇ ਦਰਸ਼ਨ ਦੀ, ਧਿਆਨ ਰੱਖਿਓ ਵਿਸ਼ੇ 'ਤੇ। ਗੁਰੂ ਦਾ ਦਰਸ਼ਨ ਕੀਤਾ ਸੁਣ ਕੇ ਫੋਟੋ ਤੋਂ ਇਹ ਗਿਆਨ ਮਿਲੂ ਤੁਹਾਨੂੰ। ਸਾਰੀ ਉਮਰ ਤੁਸੀਂ ਗੁਰੂ ਨਾਨਕ ਸਾਹਿਬ ਦੀ ਫੋਟੋ ਨੂੰ ਧੂਫਾਂ ਦਿੰਦੇ ਰਹੋ। ਗੁਰੂ ਸਾਹਿਬ ਦੀ ਫੋਟੋ ਦੇ ਅੱਗੇ ਕਈ ਤਾਂ ਘਿਓ ਫੂਕੀ ਜਾਂਦੇ ਆ ਜੋਤ ਲਾ ਕੇ। ਗੁਰੂ ਤੋਂ ਚਾਨਣ ਲੈਣਾ ਹੈ, ਪਰ ਅਸੀਂ ਗੁਰੂ ਨਾਨਕ ਸਾਹਿਬ ਦੀ ਫੋਟੋ ਅੱਗੇ ਜੋਤ ਲਾ ਕੇ ਕੀ ਦੱਸਣਾ ਚਾਹੁੰਦੇ ਹਾਂ ਕਿ ਬਾਬਾ ਤੈਨੂੰ ਚਾਨਣ ਕਰਦੇ ਹਾਂ। ਚਾਨਣ ਆਪਾਂ ਲੈਣਾ ਗੁਰੂ ਤੋਂ। ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੈ ਮਨ ਆਏ। ਸੋ ਗੁਰੂ ਦਾ ਦਰਸ਼ਨ ਕਿੱਡਾ ਅਮੋਲਕ ਹੈ। ਇੱਕੋ ਪੰਕਤੀ ਵਿੱਚ ਗੁਰੂ ਨੇ ਕਿੰਨਾ ਗਿਆਨ ਦੇ ਦਿੱਤਾ। ਸਾਰੇ ਦਿਨਾਂ ਦੇ ਭਰਮ ਖਤਮ ਹੋ ਗਏ ਨੇ। ਦੁਨੀਆ ਕਿੰਨਾ ਚੱਕਰਾਂ 'ਚ ਪਈ ਆ, ਮੰਗਲੀਕ ਦੇ ਚੱਕਰਾਂ 'ਚ ਬੜੇ ਪਏ ਹੋਏ ਹੈ, ਕੋਈ ਗੰਡ ਮੂਲ ਦੇ ਚੱਕਰਾਂ 'ਚ ਪਿਆ, ਕੋਈ ਪੈਂਚਕਾਂ ਦੇ ਚੱਕਰਾਂ 'ਚ ਪਿਆ। ਗੁਰਬਾਣੀ ਵਿੱਚ ਤਾਂ ਇੱਥੋਂ ਤੱਕ ਲਿਖਿਆ ਹੋਇਆ, ਥਿੱਤੀ ਵਾਰ ਸੇਵਹੇ ਮੁਗਧ ਗਾਵਾਰ। ਪਹਿਲੀ ਪੰਕਤੀ ਵੀ ਨਾਲ ਪੜ੍ਹ ਲਓ, ਸਤਿਗੁਰ ਵਾਜੋਂ ਅੰਧ ਗੁਵਾਰ, ਥਿੱਤੀ ਵਾਰ ਸੇਵਹੇ ਮੁਗਧ ਗਾਵਾਰ। ਭਾਈ ਸਤਿਗੁਰ ਤੋਂ ਬਿਨਾ ਘੋਰ ਅੰਧੇਰਾ। ਕਿਹੜਾ? ਅਗਿਆਨਤਾ ਰੂਪੀ। ਸਤਿਗੁਰ ਵਾਜੋਂ ਅੰਧ ਗੁਵਾਰ, ਥਿੱਤੀ ਵਾਰ ਸੇਵਹੇ ਮੁਗਧ ਗਾਵਾਰ। ਜਿਹੜੇ ਥਿੱਤਾਂ ਤੇ ਵਾਰਾਂ ਨੂੰ ਮੰਨਦੇ ਹੈ ਉਹ ਮੂਰਖ ਤੇ ਪਾਗਲ ਹੁੰਦੇ ਹੈ। ਦੇਖੋ ਗੁਰੂ ਸਾਹਿਬ ਜੀ ਨੇ ਕਿੱਡਾ ਆਪਾਂ ਨੂੰ ਯਾਨੀ ਕਿ ਸਖਤ ਚੋਟ ਕੀਤੀ ਹੈ ਕਿ ਮੂਰਖਾਂ ਤੇ ਪਾਗਲਾਂ ਦੀਆਂ ਗੱਲਾਂ ਹੁੰਦੀਆਂ ਵੀ ਪੈਂਚਕਾਂ ਚੜ੍ਹ ਗਈਆਂ, ਉੱਤਰ ਗਈਆਂ, ਜਾਂ ਦਿਨ ਮਾੜਾ ਹੈ। ਇਹ ਤਾਂ ਗੁਰੂ ਸਾਹਿਬ ਕਹਿੰਦੇ ਪਾਗਲਾਂ ਦੀਆਂ ਗੱਲਾਂ ਹੈ। ਜਿਵੇਂ ਕੋਈ ਮੂਰਖ ਪਾਗਲ ਹੁੰਦਾ ਨਾ, ਐਵੇਂ ਬੋਲੀ ਜਾਂਦਾ।
ਪਾਗਲ ਕੌਣ ਹੁੰਦਾ ਹੈ? ਜਿਹੜਾ ਐਵੇਂ ਬੋਲੀ ਜਾਵੇ, ਜਿਹਦੇ ਬੋਲਾਂ ਦਾ ਕੋਈ ਅਰਥ ਨਹੀਂ। ਗੁਰੂ ਸਾਹਿਬ ਕਹਿੰਦੇ ਦੁਨੀਆ ਪਾਗਲਾਂ ਦੀ ਤਰ੍ਹਾਂ ਬੋਲੀ ਜਾਂਦੀ ਹੈ। ਇਹ ਦਿਨ ਮਾੜਾ ਹੈ, ਅੱਜ ਕੇਸੀ ਨਹੀਂ ਨਹਾਉਣਾ, ਅੱਜ ਲੋਹਾ ਨਹੀਂ ਖਰੀਦਣਾ, ਅੱਜ ਭੋਗ ਨਹੀਂ ਪਾਉਣਾ। ਇਹ ਤਾਂ ਗੁਰੂ ਸਾਹਿਬ ਕਹਿੰਦੇ ਪਾਗਲਾਂ ਦੀਆਂ ਗੱਲਾਂ ਹੈ। ਫੈਸਲਾ ਆਪਣੇ ਗੁਰੂ ਦੀ ਬਾਣੀ ਦਾ ਹੈ। ਅੱਜ ਤੋਂ ਬਾਅਦ ਕਿਸੇ ਥਿੱਤ ਤੇ ਵਾਰ ਦਾ ਕਿਸੇ ਨੇ ਭਰਮ ਨਹੀਂ ਕਰਨਾ। ਸਾਰੇ ਦਿਨ ਚੰਗੇ ਹੁੰਦੇ ਹੈ। ਪਰਮਾਤਮਾ ਜੀ ਨੇ ਮਾੜਾ ਦਿਨ ਕੋਈ ਬਣਾਇਆ ਹੀ ਨਹੀਂ। ਜਿਹੜਾ ਕਿਸੇ ਦਿਨ ਨੂੰ ਮਾੜਾ ਕਹਿੰਦਾ ਹੈ, ਇਹ ਪਰਮਾਤਮਾ ਦੀ ਨਿੰਦਾ ਕਰਦਾ ਹੈ। ਪਰਮਾਤਮਾ ਦੇ ਨਿੰਦਕ ਨੇ ਜਿਹੜੇ ਕਹਿੰਦੇ ਨੇ ਅੱਜ ਦਾ ਦਿਨ ਮਾੜਾ ਹੈ, ਕਿਉਂਕਿ ਕਰਤਾ ਪੁਰਖ ਦੀ ਨਿੰਦਾ ਹੋ ਗਈ ਨਾ ਇਹ। ਤੇ ਜਿਸ ਪਰਮਾਤਮਾ ਨੇ ਦਿਨ ਹੀ ਮਾੜਾ ਬਣਾ ਦਿੱਤਾ, ਉਹ ਆਪ ਚੰਗਾ ਕਿਵੇਂ ਹੋਵੇਗਾ? ਇਸ ਕਰਕੇ ਪੁਜਾਰੀ ਹੈ ਜਿਹੜਾ, ਇਹ ਪਰਮਾਤਮਾ ਦਾ ਨਿੰਦਕ ਹੈ। ਪੁਜਾਰੀ ਜਿਹੜਾ ਪਰਮਾਤਮਾ ਦਾ ਨਿੰਦਕ ਹੈ, ਯਾਦ ਰੱਖਿਓ। ਅੱਜ ਤੋਂ ਬਾਅਦ ਖਬਰਦਾਰ, ਜੇ ਕਿਸੇ ਦਿਨ ਨੂੰ ਮਾੜਾ ਕਿਹਾ, ਨਿੰਦਕ ਬਣ ਜਾਓਗੇ ਪਰਮਾਤਮਾ ਜੀ ਦੇ। ਤਾਂ ਤੇ ਹੁਣ ਇਹ ਦਰਸ਼ਨ ਹੋ ਰਿਹਾ ਨਾ, ਗੱਲ ਆਪਾਂ ਦਰਸ਼ਨ ਤੇ ਸ਼ੁਰੂ ਕੀਤੀ ਹੈ, ਨਾਲ ਨਾਲ ਦਰਸ਼ਨ ਕਰਦੇ ਜਾਓ। ਵੀ ਇਹਨੂੰ ਕਹਿੰਦੇ ਨੇ ਦਰਸ਼ਨ। ਦਰਸ਼ਨ ਕੀਤਾ ਗੁਰੂ ਦਾ, ਭਾਵ ਧਿਆਨ ਲਾ ਕੇ ਗੁਰੂ ਜੀ ਦੀ ਬਾਣੀ ਸੁਣੀ। ਲੋ 3 ਪੰਗਤੀਆਂ ਪੜ੍ਹੀਆਂ ਇਹ ਤੋਂ ਪਹਿਲਾਂ ਆਪਾਂ ਸਿਰਫ, ਤੇ ਗੁਰੂ ਦੇ ਦਰਸ਼ਨ ਤੋਂ 3 ਪੰਗਤੀਆਂ ਤੋਂ ਦਰਸ਼ਨ, ਜੋ ਗੁਰਮਤਿ ਫਲਸਫਾ ਹੈ, 3 ਪੰਗਤੀਆਂ ਤੋਂ ਗਿਆਨ ਕਿੱਡਾ ਮਿਲ ਗਿਆ। ਫਿਰ ਦੁਬਾਰੇ ਦੁਹਰਾ ਦੇਵਾਂ, ਇੱਕੋ ਪੰਗਤੀ ਨੇ ਸਾਰੇ ਭਰਮ ਖਤਮ ਕਰਤੇ। ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਈ। ਇੱਕੋ ਪੰਗਤੀ ਨੇ ਨਸ਼ੇ ਛੜਾਤੇ। ਇਤਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਬੇਕਾਰ। ਇੱਕੋ ਗੁਰੂ ਦੇ ਵਚਨ ਨੇ ਦਿਨਾਂ ਦੇ ਭਰਮ ਖਤਮ ਕਰਤੇ। ਜੇ ਕੋਈ ਦਰਸ਼ਨ ਕਰੇ ਗੁਰੂ ਦਾ, 3 ਪੰਗਤੀਆਂ ਤੋਂ ਕਿੱਡਾ ਵੱਡਾ ਗਿਆਨ ਮਿਲ ਗਿਆ। ਹੋਰ ਲੈ ਲਓ, ਇੱਕੋ ਪੰਗਤੀ ਨੇ ਕਰੈਕਟਰ ਬਣਾ ਦੇਣਾ। ਕੀ ਕਿਹਾ ਗੁਰਬਾਣੀ ਵਿੱਚ? ਜੈਸਾ ਸੰਗ ਬਿਸੀਆਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਹਿ। ਭਾਈ ਜਿਹੜਾ ਪਰਾਏ ਘਰ ਨਜਾਇਜ਼ ਸੰਬੰਧ ਹੁੰਦਾ ਹੈ, ਇਹ ਤਾਂ ਜ਼ਹਿਰੀਲੇ ਸੱਪ ਦੀ ਯਾਰੀ ਹੁੰਦੀ ਹੈ। ਜੈਸਾ ਸੰਗ ਬਿਸੀਆਰ ਸਿਉ ਹੈ ਰੇ ਤੈਸੋ ਹੀ ਇਹ ਪਰਗ੍ਰਹਿ। ਪਰਾਇਆ ਸੰਗ ਕਾਲੇ ਨਾਗ ਦਾ ਡੰਗ। ਇਸ ਪੰਗਤੀ ਦਾ ਅਰਥ ਬਣ ਗਿਆ। ਇੱਕੋ ਪੰਗਤੀ ਜਿਸ ਨੌਜਵਾਨ ਵੀਰ ਦੀ ਸੁਰਤ ਟਿਕੀ, ਕਿਸੇ ਵੀ ਸਾਡੀ ਭੈਣ ਧੀ ਦੀ ਸੁਰਤ ਵਿੱਚ ਟਿਕ ਗਈ, ਇੱਕੋ ਹੀ ਗੁਰੂ ਦੀ ਇਹ ਪੰਗਤੀ, ਉਹ ਜ਼ਿੰਦਗੀ ਭਰ ਕਰੈਕਟਰ ਤੋਂ ਨਹੀਂ ਗਿਰ ਸਕੋ। ਗੁਰੂ ਜੀ ਕਹਿੰਦੇ ਪਰਾਇਆ ਸੰਗ ਸੱਪ ਦੀ ਯਾਰੀ ਹੁੰਦੀ ਹੈ। ਸਪਸ਼ਟ ਗੱਲਾਂ ਜੀ ਬਾਣੀ 'ਚ। ਦੇਖੋ 4 ਪੰਗਤੀਆਂ ਤੁਸੀਂ ਯਾਦ ਕਰ ਲਓ। ਇੱਕ ਪੰਗਤੀ ਨੇ ਕਰੈਕਟਰ ਬਣਾਤਾ, ਇੱਕ ਪੰਗਤੀ ਨੇ ਨਸ਼ੇ ਛੜਾਤੇ, ਇੱਕ ਪੰਗਤੀ ਨੇ ਸਾਰੇ ਬਾਬੇ ਪੀਰਾਂ ਦੇਵੀ ਦੇਵਤਿਆਂ ਦਾ ਭੋਗ ਪਾਤਾ, ਇੱਕ ਪੰਗਤੀ ਨੇ ਸਾਰੇ ਦਿਨਾਂ ਦੇ ਭਰਮ ਖਤਮ ਕਰਤੇ। ਇੱਕ ਤੇ ਜੇ ਕਿਤੇ ਸਾਰਾ ਖਜ਼ਾਨਾ ਵਿਚਾਰੋ, ਇਹ ਤਾਂ ਹੁਣ ਦੱਸਿਆ ਵੀ ਕਿੱਡੀ ਅਮੋਲਕ ਹੈ ਬਾਣੀ, ਤੇ ਕਿੱਡਾ ਵੱਡਾ ਜਾਨੀ ਕਿ 1430 ਪਾਵਨ ਅੰਕ ਰੂਹਾਨੀਅਤ ਦਾ ਖਜ਼ਾਨਾ। ਤੇ ਕਿਤੇ ਸਾਰੀ ਬਾਣੀ ਤੁਸੀਂ ਵਿਚਾਰ ਸਹਿਤ ਸੁਣ ਲਵੋ, ਆਪਦੇ ਮਨ 'ਚ ਹਿਸਾਬ ਲਾ ਜੋ ਵੀ ਕੀ ਅਵਸਥਾ ਬਣੂ, ਕਿੱਡਾ ਗਿਆਨ। ਮੈਂ ਤਾਂ 4 ਪੰਗਤੀਆਂ ਪੜ੍ਹੀਆਂ ਆਪਾਂ, 4 ਹੀ ਪੜ੍ਹੀਆਂ। ਤਾਂ ਸੋਚੋ, ਦਰਸ਼ਨ ਦੇਖੋ ਗੁਰੂ ਦਾ ਕਿੱਡਾ ਅਮੋਲਕ ਹੈ। ਪਰ ਸਾਡੀ ਬਦਕਿਸਮਤੀ ਕਿ ਅਸੀਂ ਮੂਰਤੀ ਪੂਜਾ ਵਿੱਚ ਪੈ ਗਏ। ਅਸੀਂ ਗੁਰੂ ਨੂੰ ਫੋਟੋ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਫੋਟੋ ਵਿੱਚ ਨਹੀਂ, ਗੁਰੂ ਬਾਣੀ ਵਿੱਚ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ। ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਭਾਈ ਵਚਨ ਹੀ ਸਤਿਗੁਰ ਦਾ ਸਰੂਪ ਹੈ, ਬਾਣੀ ਹੀ ਸਤਿਗੁਰ ਦਾ ਸਰੂਪ ਹੈ। ਜਿਸ ਕਰਕੇ ਗੁਰਬਾਣੀ ਸੁਣਨਾ ਹੀ ਗੁਰੂ ਦਾ ਦਰਸ਼ਨ ਹੈ। ਇਹਨੂੰ ਅਸੀਂ ਦ੍ਰਿੜ ਕਰਨ ਦੀ ਕੋਸ਼ਿਸ਼ ਕਰੀਏ, ਤੇ ਨਾਲ ਨਾਲ ਆਪਾਂ ਦਰਸ਼ਨ ਵਿੱਚੋਂ ਸਿੱਖਿਆ ਵੀ ਕੁਝ ਲੈ ਲਈ, ਤਾਂ ਕਿ ਸਾਨੂੰ ਪਤਾ ਲੱਗ ਜਾਵੇ। ਤੇ 1-2 ਇਸ਼ਾਰੇ ਦੇਵਾਂ ਵੀ ਆਪਾਂ ਤਾਂ ਮਨੁੱਖ ਹੋ ਕੇ ਮੂਰਤੀ ਪੂਜਾ ਵਿੱਚ ਪੈ ਗਏ, ਫੋਟੋ ਪੂਜਾ 'ਚ ਪੈ ਗਏ। ਸਾਨੂੰ ਨਕਲੀ ਬਾਬਿਆਂ ਨੇ ਫੋਟੋ ਪੂਜਾ 'ਚ ਪਾ ਦਿੱਤਾ, ਕਿਉਂਕਿ ਡੇਰੇਦਾਰਾਂ ਨੂੰ ਪਤਾ ਹੈ ਵੀ ਜਿਸ ਦਿਨ ਸਿੱਖਾਂ ਨੂੰ ਗੁਰਬਾਣੀ ਦਾ ਗਿਆਨ ਪ੍ਰਾਪਤ ਹੋ ਗਿਆ, ਆਪਣੀਆਂ ਟੋਕਰੀਆਂ ਕਿਹਨੇ ਢੋਣੀਆਂ, ਆਪਾਂ ਨੂੰ ਫਿਰ ਅੰਦਰ ਗਦੈਲਿਆਂ 'ਤੇ ਬੈਠੇ ਮੱਥੇ ਕਿਹਨੇ ਟੇਕਣੇ ਹੈ, ਆਪਣੇ ਪਿੱਛੇ ਪਿੱਛੇ ਫਿਰ ਕਿਹਨੇ ਭੱਜਣਾ, ਆਪਣੀਆਂ ਗੱਡੀਆਂ ਨੂੰ ਧੱਕੇ ਕਿਹਨੇ ਲਾਉਣੇ ਹੈ। ਇਸ ਕਰਕੇ ਇਹ ਇੱਕ ਚਲਾਕੀ ਜਾਣੀ ਕਿ ਸਾਡੇ ਵਿੱਚ ਖੇਡੀ ਹੈ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਿੱਖ ਨੂੰ ਸਹੀ ਗਿਆਨ ਮਿਲ ਜਾਵੇ। ਇਸ ਕਰਕੇ ਉਹ ਤੁਹਾਨੂੰ ਫੋਟੋ ਚੁੱਕ ਕੇ ਫੜਾ ਦਿੰਦੇ ਆ, ਆਹ ਫੋਟੋ ਨੂੰ ਧੂਫ ਦੇ ਲਿਆ ਕਰੋ ਭਾਈ, ਆਹ ਫੋਟੋ ਦਾ ਦਰਸ਼ਨ ਕਰ ਲਿਆ ਕਰੋ। ਫੋਟੋ ਵੇਖਣੀ ਗੁਰੂ ਦਾ ਦਰਸ਼ਨ ਨਹੀਂ। ਫਿਰ ਦ੍ਰਿੜ ਕਰ ਲਓ, ਧਿਆਨ ਲਾ ਕੇ ਗੁਰਬਾਣੀ ਸੁਣਨਾ ਹੀ ਗੁਰੂ ਦਾ ਦਰਸ਼ਨ ਹੈ। ਆਪਾਂ ਤਾਂ ਦੇਖੋ ਮਨੁੱਖ ਹਾਂ, ਮਨੁੱਖ ਇਸਤਰੀ ਪੁਰਸ਼ ਕੋਈ ਹੈ, ਭਾਵ ਕਿ ਸਾਰੀਆਂ ਜੂਨਾਂ ਦਾ ਸਿਖਰ ਹੈ ਮਾਨਸ ਦੇ ਹੀ। ਪਰ ਜੇ ਆਪਾਂ ਦੂਜੇ ਪਾਸੇ ਨਿਗਾਹ ਮਾਰੀਏ, ਤੁਸੀਂ ਕਿ ਨਾ ਤਜਰਬਾ ਕਰਕੇ ਦੇਖ ਲਿਓ, ਪ੍ਰੈਕਟੀਕਲ ਕਰਕੇ ਵੇਖ ਲਿਓ। ਕਿਸੇ ਪਾਰਕ ਦੇ ਵਿੱਚੋਂ ਨਾ ਕਿਸੇ ਘਾਹ ਦੀ ਫੋਟੋ ਖਿੱਚ ਲਓ, ਕਿਸੇ ਪਾਰਕ 'ਚੋਂ ਘਾਹ ਦੀ ਫੋਟੋ ਖਿੱਚ ਕੇ ਉਹਨੂੰ ਵੱਡੇ ਰੂਪ ਦੇ ਵਿੱਚ ਫਰੇਮ ਕਰਾ ਲਓ। ਫਰੇਮ ਕਰਾ ਕੇ ਉਸ ਨੂੰ ਤੁਸੀਂ
ਰੱਖ ਲਓ ਤੇ ਕਿਸੇ ਪਸ਼ੂ ਨੂੰ ਕੋਲ ਦੀ ਟਪਾਇਓ, ਉਹ ਘਾਹ ਵਾਲੀ ਫੋਟੋ ਦੇ, ਪਸ਼ੂ ਕਦੇ ਵੀ ਫੋਟੋ ਵਾਲੇ ਘਾਹ ਨੂੰ ਮੂੰਹ ਨਹੀਂ ਮਾਰੂਗਾ। ਤੁਸੀਂ ਦੇਖ ਲੈਣਾ, ਪਸ਼ੂ ਨੂੰ ਵੀ ਪਤਾ ਹੈ ਵੀ ਇਹ ਘਾਹ ਨਹੀਂ, ਘਾਹ ਦੀ ਫੋਟੋ ਹੈ, ਪਤਾ ਹੈ ਉਹਨੂੰ। ਸ਼ਹਿਦ ਦੀ ਮੱਖੀ ਹੈ, ਉਹ ਕਦੇ ਵੀ ਪਲਾਸਟਿਕ ਦੇ ਫੁੱਲ ਨੂੰ ਮੂੰਹ ਨਹੀਂ ਮਾਰਦੀ। ਜਿੱਥੇ ਸ਼ਹਿਦ ਦੀਆਂ ਮੱਖੀਆਂ ਦੇ ਬਕਸੇ ਰੱਖੇ ਹੋਣ ਨਾ, ਤੁਸੀਂ ਉੱਥੇ ਪਲਾਸਟਿਕ ਦਾ ਕੋਈ ਫੁੱਲ ਰੱਖ ਦਿਓ, ਉਹ ਕਦੇ ਵੀ ਮੂੰਹ ਨਹੀਂ ਮਾਰਦੀ। ਉਹਨੂੰ ਪਤਾ ਵੀ ਮੈਂ ਕਾਹਨੂੰ ਆਪਣਾ ਨਿੱਕਾ ਜਿਹਾ ਮੂੰਹ ਘਸਾਉਣਾ ਹੈ ਪਲਾਸਟਿਕ ਦੇ ਫੁੱਲ ਤੇ, ਇਹ 'ਚੋਂ ਰਸ ਨਹੀਂ ਮਿਲਦਾ, ਇਹ ਫੋਟੋ ਥੋੜ੍ਹਾ ਹੈ, ਇਹ ਫੁੱਲ ਥੋੜ੍ਹਾ ਹੈ, ਇਹ ਤਾਂ ਫੁੱਲ ਦਾ ਬੁੱਤ ਹੈ, ਇਹ ਤਾਂ ਫੁੱਲ ਦੀ ਫੋਟੋ ਹੈ। ਸ਼ਹਿਦ ਦੀ ਮੱਖੀ ਨੂੰ ਵੀ ਪਤਾ ਹੈ, ਪਸ਼ੂ ਨੂੰ ਵੀ ਪਤਾ ਵੀ ਫੋਟੋ ਵਾਲੇ ਘਾਹ ਨੇ ਭੁੱਖ ਨਹੀਂ ਮਿਟਾਉਣੀ। ਤੇ ਬੰਦਿਆ ਤੈਨੂੰ ਕਿਉਂ ਨਹੀਂ ਪਤਾ ਵੀ ਫੋਟੋ ਤੋਂ ਗਿਆਨ ਨਹੀਂ ਮਿਲਣਾ? ਬੋਲੋ ਸਤਨਾਮ। ਸ੍ਰੀ ਵਾਹਿਗੁਰੂ। ਤੈਨੂੰ ਕਿਉਂ ਨਹੀਂ ਪਤਾ? ਤੂੰ ਫੋਟੋਆਂ ਦੇ ਵਿੱਚੋਂ ਗਿਆਨ ਲੱਭਦਾ। ਸ਼ਹਿਦ ਦੀ ਮੱਖੀ ਤਾਂ ਪਲਾਸਟਿਕ ਦੇ ਫੁੱਲ 'ਚੋਂ ਸ਼ਹਿਦ ਨਹੀਂ ਲੱਭਦੀ, ਪਸ਼ੂ ਤਾਂ ਫੋਟੋ ਵਾਲੇ ਘਾਹ ਦੇ ਵਿੱਚੋਂ ਭੁੱਖ ਨਹੀਂ ਮਿਟਾਉਣੀ ਚਾਹੁੰਦਾ। ਤੇ ਤੂੰ ਮਨੁੱਖ ਹੋ ਕੇ ਫੋਟੋਆਂ 'ਚੋਂ ਗਿਆਨ ਕਿੱਥੋਂ ਲੱਭਦਾ? ਇਸ ਕਰਕੇ ਗਿਆਨ ਕਿੱਥੋਂ ਮਿਲਣਾ ਹੈ? ਸਤਿਗੁਰ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਨਾ ਦੂਜਾ। ਤਾਂ ਤੇ ਇਹ ਮੂਰਤੀ ਪੂਜਾ ਹੈ ਜਿਹੜੀ, ਇਹ ਭਾਈ ਬੰਦ ਕਰੋ ਤੇ ਗੁਰੂ ਦਾ ਦਰਸ਼ਨ ਗੁਰਬਾਣੀ ਸੁਣ ਕੇ ਕਰਿਆ ਕਰੋ। ਧਿਆਨ ਲਾ ਕੇ ਸੁਣਨਾ ਹੀ ਗੁਰੂ ਦਾ ਦਰਸ਼ਨ ਹੈ। ਬਾਰ-ਬਾਰ ਦ੍ਰਿੜ ਕਰ ਲਓ। ਇੱਕ ਪ੍ਰਮਾਣ ਹੋਰ ਦੇ ਦੇਵਾਂ, ਕਬੁੱਧ ਮਿਟੈ ਗੁਰ ਸ਼ਬਦ ਵਿਚਾਰ, ਸਤਿਗੁਰ ਭੇਟੈ ਮੋਖ ਦੁਆਰ। ਗੁਰ ਸ਼ਬਦ ਦੀ ਵਿਚਾਰ ਦੁਆਰਾ ਖੋਟੀ ਮੱਤ ਦੂਰ ਹੁੰਦੀ ਹੈ। ਕਬੁੱਧ ਮਿਟੈ ਗੁਰ ਸ਼ਬਦ ਵਿਚਾਰ, ਪੜ੍ਹ ਕੇ ਨਹੀਂ ਖੋਟੀ ਮੱਤ ਦੂਰ ਹੁੰਦੀ। ਦੱਸ ਦੇਵਾਂ, ਪੜ੍ਹਨਾ ਸ਼ੁਰੂਆਤ ਹੈ। ਇਹਦਾ ਭਾਵ ਇਹ ਨਹੀਂ ਵੀ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ, ਪੜ੍ਹੋ, ਕਿਉਂਕਿ ਪੜ੍ਹਨਾ ਸ਼ੁਰੂਆਤ ਹੈ। ਪਰ ਪੜ੍ਹਨ ਤੇ ਰੁਕ ਨਹੀਂ ਜਾਣਾ। ਭਾਵ ਇਹ ਹੈ, ਜੋ ਪੜ੍ਹਦੇ ਹਾਂ ਪੜ੍ਹੇ ਹੋਏ ਨੂੰ ਵਿਚਾਰਨਾ ਚਾਹੀਦਾ, ਪੜ੍ਹੇ ਹੋਏ ਨੂੰ ਸਮਝਣਾ ਚਾਹੀਦਾ। ਗੁਰਬਾਣੀ ਵਿੱਚ ਲਿਖਿਆ ਹੈ, ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣਾ, ਪੜ੍ਹਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਗਿਆਨਵਾਨ ਪੁਰਸ਼ਾਂ ਨੂੰ ਪੁੱਛੋ ਭਾਈ, ਇਕੱਲਾ ਅੰਨ੍ਹੇਵਾਹ ਪੜ੍ਹੀ ਜਾਣ ਦੇ ਨਾਲ ਮੈਲ ਨਹੀਂ ਉਤਰਦੀ। ਜੋ ਪੜ੍ਹਦੇ ਹਾਂ ਉਹਦੀ ਸਮਝ ਆਉਣੀ ਚਾਹੀਦੀ ਹੈ। ਮਨ ਸਮਝਾਵਣ ਕਾਰਨੇ ਕਸ਼ੂਕ ਪੜ੍ਹੀਐ ਗਿਆਨ। ਮਨ ਨੂੰ ਸਮਝਾਉਣ ਵਾਸਤੇ ਭਾਵੇਂ ਥੋੜਾ ਕੀ ਗਿਆਨ ਪੜ੍ਹ ਲਓ। ਜਿਵੇਂ ਫਿਰ ਦੁਬਾਰਾ ਕਹਿਣਾ ਪੈਂਦਾ, ਪਿੱਛੇ ਆਪਾਂ 4 ਪੰਕਤੀਆਂ ਪੜ੍ਹੀਆਂ ਨਾ, ਇੱਕ ਇੱਕ ਪੰਕਤੀ ਤੋਂ ਕਿੱਡਾ ਗਿਆਨ ਮਿਲ ਗਿਆ। ਬੇਦਸ ਮਾਹ ਰੁੱਤੀ ਸਿੱਤੀ ਵਾਰ ਭਲੇ, ਸਰਬੰਗ ਸਾਚਾ ਇੱਕ ਹੈ ਦੂਜਾ ਨਾਹੀਂ ਕੋਏ, ਇਤਮਦ ਪੀਤੈ ਨਾਨਕਾ ਬਹੁਤੇ ਖਟੀਆਂ ਵਿਕਾਰ। ਇੱਕ ਇੱਕ ਪੰਕਤੀ ਦੇਖੋ। ਸੋ ਗੱਲ ਚੱਲ ਰਹੀ ਸੀ ਕਿ ਇੱਦਾਂ ਅਸੀਂ ਜੋ ਪੜ੍ਹਦੇ ਹਾਂ ਉਹਨੂੰ ਸਮਝਣਾ ਹੈ। ਪੜ੍ਹਨਾ ਸ਼ੁਰੂਆਤ ਹੈ, ਪਹਿਲੀ ਕਲਾਸ ਕਹਿ ਲਓ। ਪੜ੍ਹਨ ਤੇ ਰੁਕ ਨਹੀਂ ਜਾਣਾ। ਪੜ੍ਹ ਕੇ ਕੋਈ ਮੰਜ਼ਿਲ ਨਹੀਂ ਮਿਲਦੀ ਨਾ। ਗੁਰੂ ਦੇ ਗਿਆਨ ਨੂੰ ਸਮਝ ਕੇ ਕਮਾਉਣ ਦੇ ਨਾਲ ਬਖਸ਼ਿਸ਼ ਹੁੰਦੀ ਹੈ। ਸਤਿਪੁਰਸ਼ਾਂ ਦੇ ਕਹਿ ਲਓ, ਗੁਰੂਆਂ ਦੇ ਵਚਨ ਕੇਵਲ ਪਾਠ ਕਰਨ ਵਾਸਤੇ ਨਹੀਂ ਹੁੰਦੇ। ਸਤਿਪੁਰਸ਼ਾਂ ਦੇ ਵਚਨ ਸਮਝ ਕੇ ਕਮਾਉਣ ਵਾਸਤੇ ਹੁੰਦੇ ਹੈ। ਸੁਣਤ ਕਮਾਵਤ ਹੋਤ ਉਧਾਰ। ਨਾਲ ਦੀ ਨਾਲ ਪ੍ਰਮਾਣ ਲੈ ਲਿਆ ਕਰੋ ਬਾਣੀ ਵਿੱਚੋਂ। ਗੁਰੂ ਦੇ ਵਚਨ ਨੂੰ ਸੁਣ ਕੇ ਕਮਾਉਣ ਦੇ ਨਾਲ ਪਾਰ ਉਤਾਰਾ ਹੋ ਜਾਂਦਾ। ਸੁਣਤ ਕਮਾਵਤ ਹੋਤ ਉਧਾਰ ਦ੍ਰਿੜ ਕਰ ਲਓ। ਸੋ ਜੇ ਗੁਰੂ ਦੇ ਉਪਦੇਸ਼ ਨੂੰ ਸਮਝਿਆ ਜਾਵੇ ਤਾਂ ਸਮਝ ਕੇ ਵਾਰ-ਵਾਰ ਦੁਹਰਾਉਣਾ ਲਾਭਦਾਇਕ ਹੈ। ਦੂਜਾ ਪਾਸਾ ਯਾਦ ਰੱਖਿਓ, ਐਸਾ ਗਿਆਨ ਜਪੋ ਮਨ ਮੇਰੇ। ਮੇਰੇ ਮਨ ਗਿਆਨ ਨੂੰ ਜਪਣਾ ਵੀ ਹੈ। ਜਪੋ ਕੀ ਹੁੰਦਾ ਹੈ? ਜੀਵ ਨਾਲ ਬੋਲ ਕੇ ਧਿਆਨ ਦੇ ਨਾਲ ਸੁਣਨਾ ਹੈ। ਸੋ ਗੁਰਬਾਣੀ ਨੂੰ ਸਮਝ ਕੇ ਦੁਹਰਾਉਣਾ ਲਾਭਦਾਇਕ ਹੈ। ਵੀ ਜਿਸ ਤਰ੍ਹਾਂ ਕਿ ਹੁਣ ਸਰਬੰਗ ਸਾਚਾ ਇੱਕ ਹੈ ਦੂਜਾ ਨਾਹੀਂ ਕੋਈ, ਆਪਾਂ ਸਮਝ ਲਿਆ ਨਾ। ਭਾਵ ਕਿ ਇਸ ਪੰਕਤੀ ਦੇ ਭਾਵ ਨੂੰ ਸੁਰਤ ਸਮਝ ਰਹੀ ਹੈ, ਆਪਾਂ ਪਹਿਲਾਂ ਸਮਝ ਲਿਆ। ਬੇਦਸ ਮਾਹ ਰੁੱਤੀ ਸਿੱਤੀ ਵਾਰ ਭਲੇ, ਇਹ ਪੰਕਤੀ ਟਿਕ ਜਾਵੇ ਸੁਰਤ ਵਿੱਚ, ਦੁਹਰਾ ਲੈਣੀ ਲਾਭਦਾਇਕ ਹੀ ਹੋ ਗਈ ਨਾ। ਹੁਣ ਜੇ ਪਤਾ ਹੀ ਨਹੀਂ ਵੀ ਇਸ ਪੰਕਤੀ ਵਿੱਚ ਉਪਦੇਸ਼ ਕੀ ਹੈ, ਫਿਰ ਨਹੀਂ ਗੱਲ ਬਣਦੀ। ਇਸ ਕਰਕੇ ਗਿਆਨ ਨੂੰ ਜਪਣਾ ਵੀ ਹੈ, ਭਾਵ ਕਿ ਜੀਭ ਨਾਲ ਬੋਲ ਕੇ ਸੁਰਤ ਅਰਥ ਭਾਵ ਦੇ ਵਿੱਚ ਟਿਕਾ ਕੇ ਗੁਰਬਾਣੀ ਸੁਣਨੀ ਹੈ। ਤਾਂ ਗੁਰੂ ਦਾ ਗਿਆਨ ਸਾਡੀ ਸੁਰਤ ਮੰਡਲ ਵਿੱਚ ਵਸ ਜਾਂਦਾ ਹੈ, ਸਾਡੀ ਸੋਚ ਮੰਡਲ ਦਾ ਹਿੱਸਾ ਬਣ ਜਾਂਦਾ ਹੈ, ਸਾਡੇ ਮਨ ਮਸਤਕ ਦੇ ਲੇਖ ਬਣ ਜਾਂਦਾ ਹੈ। ਸੋ ਗੁਰਬਾਣੀ ਨੂੰ ਸਮਝ ਕੇ ਦੁਹਰਾਉਣਾ ਬਹੁਤ ਲਾਭਦਾਇਕ ਹੈ। ਯਾਦ ਰੱਖਿਓ ਜੀ, ਪਹਿਲਿਆਂ ਦੇ ਵਿੱਚ ਪੜ੍ਹਨਾ ਇੱਕ ਸ਼ੁਰੂਆਤ ਹੈ, ਪਰ ਪੜ੍ਹੇ ਹੋਏ ਨੂੰ ਸਮਝੋ ਅਤੇ ਸਮਝ ਕੇ ਗੁਰੂ ਦੇ ਵਚਨ ਨੂੰ ਮੰਨੋ। ਹਉ ਵਾਰੀ ਜੀਓ ਵਾਰੀ, ਪੜ੍ਹ ਬੁੱਝ ਮਨ ਵਸਾਵਣਿਆ। ਗੁਰੂ ਸਾਹਿਬ ਜੀ ਬਾਣੀ ਵਿੱਚ ਲਿਖਦੇ ਨੇ, ਸਦਕੇ ਜਾਵਾਂ ਬਲਹਾਰ ਜਾਵਾਂ, ਜਿਹੜੇ ਪੜ੍ਹ ਕੇ ਸਮਝ ਕੇ ਮੰਨਦੇ ਆ। ਪੜ੍ਹ ਬੁੱਝ ਮਨ, 3 ਸਟੈਪ ਹੋ ਗਏ ਨਾ।
ਵੀ ਪੜ੍ਹਨਾ ਹੈ, ਪੜ੍ਹ ਕੇ ਬੁੱਝ, ਭਾਵ ਪੜ੍ਹ ਕੇ ਸਮਝ, ਸਮਝ ਕੇ ਮੰਨ। ਪੜ੍ਹ ਬੁੱਝ ਮੰਨ, ਇਹ 3 ਸਟੈਪ ਨੇ। ਸੋ ਗੁਰੂ ਦੇ ਵਚਨਾਂ ਨੂੰ ਪੜ੍ਹੀਏ, ਸਮਝੀਏ ਤੇ ਮੰਨੀਏ, ਤਾਂ ਇਹ ਸਾਡੇ ਜੀਵਨ ਦੀ ਸਫਲਤਾ ਹੁੰਦੀ ਹੈ। ਅੱਜ ਇੱਕ ਗੱਲ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਅੱਜ ਅਗਿਆਨੀ ਤੁਰੀ ਫਿਰਦੀ ਹੈ। ਸਾਨੂੰ ਗਿਆਨ ਗੁਰੂ ਦੇ ਲੜ ਲਾਇਆ ਨਾ, ਗੁਰੂ ਗ੍ਰੰਥ ਸਾਹਿਬ ਜੀ ਗਿਆਨ ਸਰੂਪ ਸਤਿਗੁਰੂ ਹੈ ਨਾ, ਗਿਆਨ ਨੂੰ ਗੁਰੂ ਮੰਨਣ ਵਾਲੀ ਕੌਮ ਅਗਿਆਨੀ ਤੁਰੀ ਫਿਰਦੀ ਹੈ। ਭਾਣਾ ਕੀ ਵਰਤ ਗਿਆ? ਵਿਚਾਰੋ ਆਪਣੇ ਮਨ ਦੇ ਵਿੱਚ, ਇਹ ਕੀ ਭਾਣਾ ਵਰਤ ਗਿਆ? ਗਿਆਨ ਨੂੰ ਗੁਰੂ ਮੰਨਣ ਵਾਲੇ ਸਿਰਫ ਸਿੱਖ ਨੇ ਦੁਨੀਆ ਦੇ ਵਿੱਚ, ਪਰ ਗਿਆਨ ਨੂੰ ਗੁਰੂ ਮੰਨਣ ਵਾਲੇ ਅਗਿਆਨੀ ਵੀ ਤੁਰੀ ਫਿਰਦੇ ਨੇ। ਗੱਲ ਕੀ ਬਣ ਗਈ ਇਹ? ਵਿਚਾਰ ਕਰੋ ਤੁਸੀਂ। ਜਾਂ ਤਾਂ ਮੂਰਤੀ ਪੂਜਾ 'ਚ ਪੈ ਗਏ ਤੇ ਜਾਂ ਫਿਰ ਪੜ੍ਹਨ ਤੇ ਰੁਕ ਗਏ। ਕਈ ਤਾਂ ਪੜ੍ਹਦੇ ਵੀ ਨਹੀਂ, ਕਈਆਂ ਨੇ ਤਾਂ ਕੀ ਕਹਿ ਦਿੱਤਾ, ਫੀਸ ਜਮ੍ਹਾਂ ਕਰਾ ਦਿੱਤੀ, ਕਹਿੰਦੇ ਸਾਡਾ ਤਾਂ ਇੱਥੇ ਹੀ ਕਰ ਦਿਓ ਪਾਠ, ਇੱਥੇ ਹੀ। ਤੇ ਫਿਰ ਸਾਡੇ ਵਿੱਚ ਵੀ ਇਹੋ ਜਿਹੇ ਪੈਦਾ ਹੋ ਗਿਆ ਵਰਗ, ਉਹ ਕਹਿੰਦੇ ਠੀਕ ਹੈ ਸਾਡੇ ਕੋਲੇ ਜਮ੍ਹਾਂ ਕਰਾ ਜਾਓ ਪੈਸੇ ਤੇ ਤੁਹਾਨੂੰ ਘਰੇ ਹੀ ਹੁਕਮਨਾਮਾ ਭੇਜ ਦਿਆਂਗੇ, ਤੁਹਾਨੂੰ ਘਰੇ ਬੈਠੇ ਹੀ ਪਾਠ ਦਾ ਫਲ ਮਿਲ ਜਾਵੇਗਾ। ਅਸੀਂ ਅਗਿਆਨੀ ਕਿਉਂ ਰਹਿ ਗਏ? ਕਿਉਂਕਿ ਅਸੀਂ ਗੁਰਬਾਣੀ ਦਾ ਪਾਠ ਬਣਿਆ ਬਣਾਇਆ ਭਾਲਦੇ ਹਾਂ। ਇਹ ਸਾਡੀ ਰੁਚੀ ਬਣ ਗਈ ਕਿ ਹਰ ਚੀਜ਼ ਅਸੀਂ ਰੈਡੀਮੇਡ ਭਾਲਦੇ ਹਾਂ। ਦੁਨਿਆਵੀ ਚੀਜ਼ਾਂ ਤਾਂ ਬਣੀਆਂ ਬਣਾਈਆਂ ਮਿਲ ਜਾਂਦੀਆਂ, ਕੋਈ ਸ਼ੱਕ ਹੀ ਨਹੀਂ ਇਹਦੇ ਵਿੱਚ। ਤਾਂ ਫਰਿੱਜ ਬਣਿਆ ਬਣਾਇਆ ਲਿਆਂਦਾ ਪੈਸੇ ਦੇ ਕੇ, ਟੈਲੀਵਿਜ਼ਨ ਲਿਆਂਦਾ, ਸਾਰੀਆਂ ਚੀਜ਼ਾਂ, ਗੱਲ ਖਤਮ ਹੈ। ਪਰ ਗੁਰਬਾਣੀ ਦਾ ਫਲ ਬਣਿਆ ਬਣਾਇਆ ਨਹੀਂ ਮਿਲਦਾ। ਦੁਨੀਆ ਰੱਬ ਵੀ ਬਣਿਆ ਬਣਾਇਆ ਭਾਲਦੀ ਹੈ, ਦੁਨੀਆ ਕਿਰਪਾ ਵੀ ਬਣੀ ਬਣਾਈ ਭਾਲਦੀ ਹੈ। ਸੋ ਪਰਮਾਰਥ ਨਹੀਂ ਬਣਿਆ ਬਣਾਇਆ ਮਿਲਦਾ। ਭਾਵ ਅਰਥ ਇਹ ਹੈ, ਅਸੀਂ ਰੂਹਾਨੀਅਤ ਵੀ ਮੁੱਲ ਖਰੀਦਣੀ ਚਾਹੁੰਦੇ ਹਾਂ, ਅਸੀਂ ਅਧਿਆਤਮਵਾਦ ਦਾ ਵੀ ਮੁੱਲ ਪਾਉਣਾ ਚਾਹੁੰਦੇ ਹਾਂ। ਪਰ ਬਾਣੀ ਦਾ ਕੀ ਫੈਸਲਾ ਹੈ? ਕਾਂਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਭਾਈ ਪ੍ਰਮਾਤਮਾ ਤਾਂ ਸੋਨੇ ਦੇ ਬਰਾਬਰ ਵੀ ਨਹੀਂ ਮਿਲਦਾ। ਕਾਂਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਪ੍ਰਾਈਸ ਕੀ ਹੈ, ਮੋਲ ਕੀ ਹੈ? ਆਪਣਾ ਮਨ ਦੇ ਦੇ, ਮਨ ਮਰਜ਼ੀ ਛੱਡ ਦੇ। ਮਨ ਵੇਚਿਆ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਮੁੱਲ ਦੀ ਚੀਜ਼ ਨਹੀਂ। ਭਗਤ ਰਵਿਦਾਸ ਜੀ ਦਾ ਵਚਨ ਹੈ, ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਰੱਬ ਕਿਸੇ ਦੇ ਪਿਓ ਦਾ ਮੁੱਲ ਨਹੀਂ ਲਿਆ ਹੋਇਆ, ਉਹ ਤਾਂ ਪਿਆਰ ਵਾਲਿਆਂ ਨੂੰ ਮਿਲਦਾ। ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਸੋ ਗੁਰਬਾਣੀ ਦਾ ਫਲ ਮੁੱਲ ਨਹੀਂ ਖਰੀਦਿਆ ਜਾ ਸਕਦਾ, ਯਾਦ ਰੱਖਿਓ। ਰੱਬ ਨੂੰ ਮੁੱਲ ਨਹੀਂ ਖਰੀਦਿਆ ਜਾ ਸਕਦਾ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੈ। ਜੋ ਖੋਜਦਾ ਉਹ ਪਾਉਂਦਾ। ਇਹ ਮੁੱਲ ਦੀ ਚੀਜ਼ ਨਹੀਂ, ਯਾਦ ਰੱਖਿਓ। ਸਾਡੇ ਅਗਿਆਨੀ ਰਹਿਣ ਦਾ ਕਾਰਨ ਕੀ ਹੈ ਕਿ ਅਸੀਂ ਪਾਠ ਦਾ ਫਲ ਮੁੱਲ ਭਾਲਦੇ ਹਾਂ, ਤੇ ਜਾਂ ਫਿਰ ਅਸੀਂ ਪੜ੍ਹਨ ਤੱਕ ਰੁਕ ਜਾਂਦੇ ਹਾਂ। ਹਾਂ, ਕੁਝ ਭੈਣ ਭਰਾ ਪਾਠ ਕਰਦੇ ਵੀ ਹੈ, ਪਰ ਜੋ ਪੜ੍ਹਦੇ ਆ ਉਹਨੂੰ ਸਮਝਦੇ ਨਹੀਂ। ਪੜ੍ਹਨ ਤੇ ਰੁਕ ਕੇ ਕਹਿਣ ਦਾ ਭਾਵ, ਜਦ ਕਿ ਪੜ੍ਹਨਾ ਪਹਿਲਾ ਸਟੈਪ ਹੈ, ਪੌੜੀ ਹੈ, ਕੋਈ ਸ਼ੱਕ ਨਹੀਂ। ਜਾਂ ਪੜ੍ਹਨ ਤੇ ਰੁਕ ਗਏ ਅਸੀਂ, ਤਾਂ ਤੇ ਜਿਹੜੇ ਭੈਣ ਭਰਾ ਬਾਣੀ ਪੜ੍ਹਦੇ ਹੋ ਬਹੁਤ ਚੰਗੀ ਗੱਲ ਹੈ, ਅਗਲੀ ਪੌੜੀ ਤੇ ਚੜ੍ਹ ਜਾਓ ਹੁਣ ਸਮਝਣ ਵਾਲੀ। ਤੇ ਜਿਹੜੇ ਭੈਣ ਭਰਾ ਪੜ੍ਹਦੇ ਨਹੀਂ, ਉਹ ਪਹਿਲੀ ਪੌੜੀ ਤੇ ਪੈਰ ਧਰੋ। ਪੜ੍ਹਨ ਲੱਗੋ, ਉਹਨੂੰ ਤਾਂ ਇਹੀ ਕਹਾਂਗੇ ਨਾ ਉਹਨਾਂ ਦਾ ਵੀ ਪੜ੍ਹਨ ਲੱਗੋ। ਤੁਸੀਂ ਤਾਂ ਹਾਲੇ, ਤੁਸੀਂ ਤਾਂ ਇੱਕ ਵਾਰੀ ਨਾ ਗੁਰਬਾਣੀ ਪੜ੍ਹਨੀ ਸਿੱਖੋ ਬਸ। ਤੇ ਜਿਹੜੇ ਕੁਝ ਭੈਣ ਭਰਾ ਸਮਝਦੇ ਵੀ ਹੈ ਬਾਣੀ ਨੂੰ, ਉਹ ਅਗਲੀ ਪੌੜੀ ਤੇ ਪੈਰ ਧਰੋ ਕਿ ਗੁਰੂ ਦੇ ਗਿਆਨ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰੋ, ਇੰਪਲੀਮੈਂਟ ਕਰੋ। ਗੁਰਬਾਣੀ ਦੇ ਗਿਆਨ ਨੂੰ ਆਪਣੇ ਜੀਵਨ 'ਚ ਲਾਗੂ ਕਰੋ, ਕਿਉਂਕਿ ਕਰਨੀ ਤੋਂ ਸੱਖਣਾ ਗਿਆਨ ਵੀ ਪਾਰ ਨਹੀਂ ਲਾਉਂਦਾ। ਮੰਨ ਲਓ ਆਪਾਂ ਨੂੰ ਗਿਆਨ ਹੈ, ਗੁਰਬਾਣੀ ਦੀ ਵਿਚਾਰ ਆਪਣੇ ਕੋਲ ਹੈ, ਪਰ ਆਪਾਂ ਗੁਰਬਾਣੀ ਦੀ ਵਿਚਾਰ ਮੁਤਾਬਕ ਗੁਰਬਾਣੀ ਦੇ ਸੱਚੇ ਗਿਆਨ ਮੁਤਾਬਕ ਜੀਵਨ ਨਹੀਂ ਜਿਉ ਰਹੇ, ਤਾਂ ਵੀ ਨਹੀਂ ਪਾਰ ਉਤਾਰਾ ਹੁੰਦਾ। ਕਿਉਂਕਿ ਕਰਨੀ ਤੋਂ ਸੱਖਣਾ ਗਿਆਨ ਵੀ ਪਾਰ ਨਹੀਂ ਲਾਉਂਦਾ। ਭਾਈ ਗੁਰਦਾਸ ਜੀ ਬੜੀਆਂ ਸੋਹਣੀਆਂ ਉਦਾਹਰਨਾਂ ਦਿੰਦੇ ਹੈ। ਪੂਛਤ ਪਾਥਕ ਤੇਹ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ ਕੈਸੇ ਬਾਤਨ ਸਹਿ ਜਾਈਐ। ਪੂਛਤ ਵੈਦ ਖਾਤ ਔਸ਼ਧ ਨਾ ਸੰਜਮ ਸੈ, ਰੋਗ ਕੈਸੇ ਮਿਟੇ ਸੁਖ ਸਹਿਜ ਸਮਾਈਐ। ਪੂਛਤ ਸੁਹਾਗਣ ਕਰਮ ਹੈ ਦੁਹਾਗਣ ਕੈ, ਹਿਰਦੈ ਬੇਵਿਚਾਰ ਕਤ ਸਹਿਜਾ ਬੁਲਾਈਐ। ਗਾਏ ਸੁਣੈ ਆਖੈ ਮੀਚੈ ਪਾਈਐ, ਨਾ ਪਰਮ ਪਦ ਗੁਰ ਉਪਦੇਸ਼ ਗੈ ਜੋ ਲਉ ਨਾ ਕਮਾਈਐ। ਦੇਖੋ ਭਾਈ ਗੁਰਦਾਸ ਜੀ ਨੇ ਕਿੰਨੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ, ਕਿਉਂਕਿ ਉਦਾਹਰਨ ਦੇ ਰਾਹੀਂ ਗੱਲ ਬਹੁਤ ਛੇਤੀ ਸਮਝ ਵਿੱਚ ਆ ਜਾਂਦੀ ਹੈ। ਕਈ ਵਾਰੀ ਫਿਲਾਸਫੀ ਸਮਝ ਨਹੀਂ ਆਉਂਦੀ, ਉਦਾਹਰਨ ਦੇ ਰਾਹੀਂ ਕਹੀ ਗੱਲ ਬਹੁਤ ਛੇਤੀ ਸਮਝ ਵਿੱਚ ਆ ਜਾਂਦੀ ਹੈ।